ਨਵਾਬ ਖਾਂ ਬੀਬੀ ਬਸੰਤ ਕੌਰ ਦੀ ਇੱਜ਼ਤ ਲੁੱਟਣ ਲੱਗਾ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਵੇਂ ਬਚਾਇਆ ਬੀਬੀ ਬਸੰਤ ਕੌਰ ਨੂੰ। ਪੰਜਾਬ ਦੀ ਧਰਤੀ ਹਮੇਸ਼ਾ ਹੀ ਸੂਰਮਿਆਂ, ਭਗਤੀ ਅਤੇ ਤਿਆਗ ਦੀਆਂ ਕਹਾਣੀਆਂ ਨਾਲ ਭਰੀ ਰਹੀ ਹੈ। ਉਸ ਸਮੇਂ ਦਾ ਮਾਹੌਲ ਧਾਰਮਿਕਤਾ ਅਤੇ ਸ਼ੌਰਿਆ ਨਾਲ ਰੰਗਿਆ ਹੋਇਆ ਸੀ, ਜਿੱਥੇ ਹਰ ਸਿੱਖ ਆਪਣੇ ਗੁਰੂ ਦੇ ਦਰ ਤੋਂ ਪ੍ਰੇਰਨਾ ਲੈਂਦਾ ਸੀ। ਉਸੇ ਸਮੇਂ ਇੱਕ ਸੱਚੀ ਭਗਤ ਅਤੇ ਗੁਰੂ ਘਰ ਦੀ ਸੇਵਾਦਾਰ ਬੀਬੀ ਬਸੰਤ ਕੌਰ ਦਾ ਜਨਮ ਇੱਕ ਸਾਦੇ ਪਰ ਗੁਰਸਿੱਖ ਪਰਿਵਾਰ ਵਿੱਚ ਹੋਇਆ। ਬਚਪਨ ਤੋਂ ਹੀ ਉਸਦੇ ਚਿਹਰੇ ਉੱਤੇ ਅਜਿਹਾ ਨੂਰ ਸੀ ਜੋ ਹਰ ਕਿਸੇ ਦਾ ਮਨ ਮੋਹ ਲੈਂਦਾ ਸੀ ਅਤੇ ਉਸਦਾ ਮਨ ਸਦਾ ਹੀ ਸਿਮਰਨ ਅਤੇ ਸੇਵਾ ਵਿੱਚ ਲੱਗਿਆ ਰਹਿੰਦਾ ਸੀ। ਜਦੋਂ ਉਹ ਜਵਾਨੀ ਦੀ ਉਮਰ ਵਿੱਚ ਪਹੁੰਚੀ ਤਾਂ ਉਸਦੇ ਮਾਪਿਆਂ ਨੇ ਸੋਚਿਆ ਕਿ ਹੁਣ ਉਸਦਾ ਵਿਆਹ ਕਰ ਦੇਣਾ ਚਾਹੀਦਾ ਹੈ, ਪਰ ਬਸੰਤ ਕੌਰ ਦੇ ਮਨ ਵਿੱਚ ਕੁਝ ਹੋਰ ਹੀ ਚੱਲ ਰਿਹਾ ਸੀ। ਉਹ ਸੰਸਾਰਕ ਜੀਵਨ ਦੀ ਬਜਾਏ ਗੁਰੂ ਘਰ ਦੀ ਸੇਵਾ ਕਰਕੇ ਆਪਣਾ ਜੀਵਨ ਸਫਲ ਬਣਾਉਣਾ ਚਾਹੁੰਦੀ ਸੀ। ਜਦੋਂ ਉਸਨੂੰ ਆਪਣੇ ਮਾਪਿਆਂ ਦੀ ਸੋਚ ਦਾ ਪਤਾ ਲੱਗਾ ਤਾਂ ਉਸਨੇ ਬਹੁਤ ਹੀ ਨਿਮਰਤਾ ਨਾਲ ਪਰ ਦ੍ਰਿੜਤਾ ਨਾਲ ਆਪਣੀ ਇੱਛਾ ਦੱਸੀ ਕਿ ਉਹ ਆਪਣੀ ਜ਼ਿੰਦਗੀ ਗੁਰੂ ਘਰ ਨੂੰ ਸਮਰਪਿਤ ਕਰਨਾ ਚਾਹੁੰਦੀ ਹੈ। ਪਰਿਵਾਰ ਨੇ ਪਹਿਲਾਂ ਇਸ ਨੂੰ ਇੱਕ ਜਵਾਨ ਕੁੜੀ ਦੀ ਜ਼ਿੱਦ ਸਮਝਿਆ, ਪਰ ਬਸੰਤ ਕੌਰ ਦੀ ਭਗਤੀ ਅਤੇ ਅਟਲ ਵਿਸ਼ਵਾਸ ਨੂੰ ਵੇਖ ਕੇ ਉਹ ਵੀ ਹੈਰਾਨ ਰਹਿ ਗਏ। ਆਖਿਰਕਾਰ ਉਹ ਗੁਰੂ ਘਰ ਪਹੁੰਚ ਗਈ ਅਤੇ ਉੱਥੇ ਮਾਤਾ ਸਾਹਿਬ ਕੌਰ ਦੀ ਸੇਵਾ ਵਿੱਚ ਲੱਗ ਗਈ। ਉਹ ਸਵੇਰ ਤੋਂ ਲੈ ਕੇ ਰਾਤ ਤੱਕ ਲੰਗਰ ਦੀ ਸੇਵਾ ਕਰਦੀ, ਬਰਤਨ ਮਾਂਜਦੀ, ਸੰਗਤ ਦੇ ਜੁੱਤੇ ਸਾਫ਼ ਕਰਦੀ ਅਤੇ ਹਰ ਵੇਲੇ ਵਾਹਿਗੁਰੂ ਦੇ ਨਾਮ ਦਾ ਜਾਪ ਕਰਦੀ ਰਹਿੰਦੀ ਸੀ। ਉਸਦੀ ਨਿਮਰਤਾ ਅਤੇ ਸੇਵਾ ਭਾਵਨਾ ਕਰਕੇ ਹਰ ਕੋਈ ਉਸਦੀ ਪ੍ਰਸ਼ੰਸਾ ਕਰਦਾ ਸੀ। ਸਮਾਂ ਬੀਤਦਾ ਗਿਆ ਅਤੇ ਇੱਕ ਦਿਨ ਅਜਿਹਾ ਵੀ ਆਇਆ ਜਦੋਂ ਗੁਰੂ ਸਾਹਿਬ ਨੇ ਆਪਣੇ ਪਰਿਵਾਰ ਅਤੇ ਸੰਗਤ ਨਾਲ ਇੱਕ ਥਾਂ ਤੋਂ ਦੂਜੇ ਥਾਂ ਵੱਲ ਜਾਣ ਦਾ ਫੈਸਲਾ ਕੀਤਾ। ਉਸ ਯਾਤਰਾ ਦੌਰਾਨ ਬਸੰਤ ਕੌਰ ਵੀ ਮਾਤਾ ਜੀ ਦੇ ਨਾਲ ਰਹੀ ਅਤੇ ਉਹਨਾਂ ਦੀ ਪਾਲਕੀ ਦੇ ਨਾਲ-ਨਾਲ ਪੈਦਲ ਚੱਲਦੀ ਰਹੀ। ਕਈ ਵਾਰ ਮਾਤਾ ਜੀ ਨੇ ਉਸ ਨੂੰ ਪਾਲਕੀ ਵਿੱਚ ਬੈਠਣ ਲਈ ਕਿਹਾ, ਪਰ ਉਹ ਆਪਣੇ ਆਪ ਨੂੰ ਸਿਰਫ ਇੱਕ ਸੇਵਾਦਾਰ ਸਮਝਦੀ ਹੋਈ ਹਰ ਵਾਰ ਇਨਕਾਰ ਕਰ ਦਿੰਦੀ ਸੀ। ਉਸਦੇ ਮਨ ਵਿੱਚ ਸਿਰਫ ਸੇਵਾ ਅਤੇ ਸਮਰਪਣ ਸੀ। ਯਾਤਰਾ ਦੌਰਾਨ ਜਦੋਂ ਹਾਲਾਤ ਬਦਲੇ ਅਤੇ ਦੁਸ਼ਮਣਾਂ ਨੇ ਹਮਲਾ ਕੀਤਾ ਤਾਂ ਸੰਗਤ ਅਤੇ ਗੁਰੂ ਪਰਿਵਾਰ ਵਿੱਚ ਵਿਛੋੜਾ ਪੈ ਗਿਆ। ਇਸ ਹੜਕੰਪ ਵਿੱਚ ਬਸੰਤ ਕੌਰ ਵੀ ਆਪਣੇ ਸਾਥੀਆਂ ਤੋਂ ਵੱਖ ਹੋ ਗਈ ਅਤੇ ਦੁਸ਼ਮਣਾਂ ਦੇ ਹੱਥ ਚੜ ਗਈ। ਉਸ ਨੂੰ ਜ਼ਬਰਦਸਤੀ ਇੱਕ ਕਿਲੇ ਵਿੱਚ ਲਿਆਂਦਾ ਗਿਆ ਜਿੱਥੇ ਇੱਕ ਜ਼ਾਲਮ ਨਵਾਬ ਦਾ ਰਾਜ ਸੀ। ਉਹ ਨਵਾਬ ਆਪਣੇ ਅਹੰਕਾਰ ਅਤੇ ਬੁਰੇ ਚਾਲ ਚੱਲਣ ਲਈ ਮਸ਼ਹੂਰ ਸੀ। ਜਦੋਂ ਉਸਨੇ ਬਸੰਤ ਕੌਰ ਨੂੰ ਵੇਖਿਆ ਤਾਂ ਉਸਦੇ ਮਨ ਵਿੱਚ ਬੁਰੇ ਖਿਆਲ ਪੈਦਾ ਹੋਏ। ਉਸਨੇ ਬਸੰਤ ਕੌਰ ਨੂੰ ਲਾਲਚ ਦਿੱਤਾ ਕਿ ਜੇ ਉਹ ਉਸਦੀ ਬੇਗਮ ਬਣ ਜਾਵੇ ਤਾਂ ਉਹ ਉਸਨੂੰ ਰਾਜਸੀ ਜ਼ਿੰਦਗੀ ਦੇਵੇਗਾ, ਮਹਿਲਾਨ ਦੀ ਸ਼ਾਨ ਦੇਵੇਗਾ ਅਤੇ ਸਾਰੀ ਦੁਨੀਆ ਉਸਦੇ ਕਦਮਾਂ ਵਿੱਚ ਰੱਖ ਦੇਵੇਗਾ। ਪਰ ਬਸੰਤ ਕੌਰ ਨੇ ਬਿਲਕੁਲ ਨਿਰਭੈ ਹੋ ਕੇ ਉਸਨੂੰ ਕਿਹਾ ਕਿ ਉਹ ਆਪਣਾ ਜੀਵਨ ਪਹਿਲਾਂ ਹੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਸਮਰਪਿਤ ਕਰ ਚੁੱਕੀ ਹੈ ਅਤੇ ਉਹ ਕਿਸੇ ਵੀ ਹਾਲਤ ਵਿੱਚ ਆਪਣੇ ਧਰਮ ਅਤੇ ਇੱਜ਼ਤ ਨਾਲ ਸਮਝੌਤਾ ਨਹੀਂ ਕਰੇਗੀ। ਨਵਾਬ ਨੇ ਪਹਿਲਾਂ ਉਸਨੂੰ ਮਨਾਉਣ ਦੀ ਕੋਸ਼ਿਸ਼ ਕੀਤੀ, ਫਿਰ ਧਮਕੀਆਂ ਦੇਣ ਲੱਗ ਪਿਆ, ਪਰ ਬਸੰਤ ਕੌਰ ਆਪਣੇ ਫੈਸਲੇ ਉੱਤੇ ਡਟੀ ਰਹੀ। ਗੁੱਸੇ ਵਿੱਚ ਆ ਕੇ ਨਵਾਬ ਨੇ ਉਸਨੂੰ ਇੱਕ ਹਨੇਰੀ ਕਾਲ ਕੋਠੜੀ ਵਿੱਚ ਬੰਦ ਕਰਵਾ ਦਿੱਤਾ, ਜਿੱਥੇ ਨਾ ਢੰਗ ਦੀ ਰੋਸ਼ਨੀ ਸੀ ਅਤੇ ਨਾ ਹੀ ਜੀਉਣ ਦੇ ਸਾਧਨ। ਉਸ ਕੋਠੜੀ ਵਿੱਚ ਡਰਾਉਣੇ ਜੀਵ ਜੰਤੂ ਘੁੰਮਦੇ ਰਹਿੰਦੇ ਸਨ ਅਤੇ ਠੰਡੀ ਪੱਥਰ ਦੀ ਸਤਹ ਤੋਂ ਇਲਾਵਾ ਬੈਠਣ ਲਈ ਕੁਝ ਨਹੀਂ ਸੀ। ਬਸੰਤ ਕੌਰ ਉਸ ਪੱਥਰ ਉੱਤੇ ਬੈਠ ਗਈ ਅਤੇ ਵਾਹਿਗੁਰੂ ਦਾ ਨਾਮ ਜਪਣ ਲੱਗ ਪਈ। ਉਸਦਾ ਮਨ ਡੋਲਿਆ ਨਹੀਂ ਬਲਕਿ ਹੋਰ ਮਜ਼ਬੂਤ ਹੋ ਗਿਆ। ਉਸਨੇ ਅਰਦਾਸ ਕੀਤੀ ਕਿ ਚਾਹੇ ਉਸਦੀ ਜਾਨ ਹੀ ਕਿਉਂ ਨਾ ਚਲੀ ਜਾਵੇ, ਪਰ ਉਹ ਆਪਣੇ ਧਰਮ ਅਤੇ ਸਨਮਾਨ ਨੂੰ ਕਦੇ ਵੀ ਨਹੀਂ ਛੱਡੇਗੀ। ਕਈ ਦਿਨ ਬਿਨਾਂ ਖਾਣ ਪੀਣ ਦੇ ਗੁਜ਼ਰ ਗਏ, ਪਰ ਉਸਦੀ ਆਤਮਿਕ ਤਾਕਤ ਕਮਜ਼ੋਰ ਨਹੀਂ ਹੋਈ। ਇੱਕ ਦਿਨ ਇੱਕ ਔਰਤ ਉਸ ਕੋਠੜੀ ਵਿੱਚ ਖਾਣਾ ਲੈ ਕੇ ਆਈ ਅਤੇ ਉਸਨੇ ਬਸੰਤ ਕੌਰ ਨੂੰ ਮਨਾਇਆ ਕਿ ਉਹ ਕੁਝ ਖਾ ਲਵੇ ਤਾਂ ਜੋ ਉਹ ਜੀ ਸਕੇ। ਬਸੰਤ ਕੌਰ ਨੇ ਪਹਿਲਾਂ ਇਨਕਾਰ ਕੀਤਾ, ਪਰ ਫਿਰ ਉਸਨੇ ਸੋਚਿਆ ਕਿ ਜਿਉਂਦਾ ਰਹਿਣਾ ਵੀ ਵਾਹਿਗੁਰੂ ਦੀ ਮਰਜ਼ੀ ਹੈ ਅਤੇ ਉਸਨੇ ਥੋੜਾ ਜਿਹਾ ਭੋਜਨ ਸਵੀਕਾਰ ਕਰ ਲਿਆ। ਦੂਜੇ ਪਾਸੇ ਨਵਾਬ ਦੇ ਮਨ ਵਿੱਚ ਬੁਰਾਈ ਹੋਰ ਵੱਧਦੀ ਜਾ ਰਹੀ ਸੀ ਅਤੇ ਉਹ ਹਰ ਰੋਜ਼ ਬਸੰਤ ਕੌਰ ਨੂੰ ਆਪਣੇ ਵਸ਼ ਵਿੱਚ ਕਰਨ ਦੀ ਯੋਜਨਾ ਬਣਾਉਂਦਾ ਰਹਿੰਦਾ ਸੀ। ਇੱਕ ਰਾਤ ਉਹ ਨਸ਼ੇ ਵਿੱਚ ਚੂਰ ਹੋ ਕੇ ਕਾਲ ਕੋਠੜੀ ਵੱਲ ਵਧਿਆ ਅਤੇ ਉਸਨੇ ਸੋਚਿਆ ਕਿ ਅੱਜ ਉਹ ਆਪਣੀ ਜ਼ਿੱਦ ਪੂਰੀ ਕਰੇਗਾ। ਉਸਨੇ ਬਸੰਤ ਕੌਰ ਨੂੰ ਫਿਰ ਧਮਕਾਇਆ ਅਤੇ ਉਸਦੀ ਅਡੋਲਤਾ ਨੂੰ ਤੋੜਨ ਦੀ ਕੋਸ਼ਿਸ਼ ਕੀਤੀ, ਪਰ ਬਸੰਤ ਕੌਰ ਨੇ ਨਿਰਭੈ ਹੋ ਕੇ ਕਿਹਾ ਕਿ ਉਸਦਾ ਰਖਵਾਲਾ ਖੁਦ ਸਤਿਗੁਰੂ ਹੈ ਅਤੇ ਕੋਈ ਵੀ ਬੁਰਾ ਇਰਾਦਾ ਕਾਮਯਾਬ ਨਹੀਂ ਹੋ ਸਕਦਾ। ਉਸ ਵੇਲੇ ਉਸਨੇ ਅੱਖਾਂ ਬੰਦ ਕਰਕੇ ਅਰਦਾਸ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸਦੇ ਚਿਹਰੇ ਉੱਤੇ ਅਜਿਹੀ ਰੋਸ਼ਨੀ ਫੈਲ ਗਈ ਜਿਸ ਨੂੰ ਵੇਖ ਕੇ ਨਵਾਬ ਘਬਰਾ ਗਿਆ। ਅਚਾਨਕ ਕਿਲੇ ਦੇ ਮਾਹੌਲ ਵਿੱਚ ਅਜੀਬ ਜਿਹਾ ਸਨਾਟਾ ਛਾ ਗਿਆ। ਹਵਾ ਤੇਜ਼ ਹੋ ਗਈ ਅਤੇ ਨਵਾਬ ਨੂੰ ਅਜਿਹਾ ਮਹਿਸੂਸ ਹੋਇਆ ਜਿਵੇਂ ਕੋਈ ਅਦ੍ਰਿਸ਼ ਸ਼ਕਤੀ ਉਸਦੇ ਨੇੜੇ ਆ ਖੜੀ ਹੋਵੇ।
ਉਸਦਾ ਸਰੀਰ ਕੰਬਣ ਲੱਗ ਪਿਆ, ਅੱਖਾਂ ਅੱਗੇ ਹਨੇਰਾ ਛਾ ਗਿਆ ਅਤੇ ਉਸਨੂੰ ਲੱਗਿਆ ਜਿਵੇਂ ਉਸਦੀ ਤਾਕਤ ਖਤਮ ਹੋ ਰਹੀ ਹੋਵੇ। ਉਸਦੇ ਮਨ ਵਿੱਚ ਡਰ ਪੈਦਾ ਹੋ ਗਿਆ ਅਤੇ ਉਸਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੋਣ ਲੱਗ ਪਿਆ, ਪਰ ਉਸ ਸਮੇਂ ਵੀ ਬਸੰਤ ਕੌਰ ਅਡੋਲ ਬੈਠੀ ਸਿਮਰਨ ਕਰ ਰਹੀ ਸੀ। ਨਵਾਬ ਦੀ ਹਾਲਤ ਹੋਰ ਖਰਾਬ ਹੋਣ ਲੱਗੀ ਅਤੇ ਉਹ ਡਰ ਦੇ ਮਾਰੇ ਕੰਬਦਾ ਹੋਇਆ ਬਸੰਤ ਕੌਰ ਦੇ ਸਾਹਮਣੇ ਝੁਕ ਗਿਆ ਅਤੇ ਮਾਫੀ ਮੰਗਣ ਲੱਗ ਪਿਆ। ਉਸਨੇ ਕਿਹਾ ਕਿ ਉਹ ਉਸਨੂੰ ਆਪਣੀ ਭੈਣ ਵਾਂਗ ਮੰਨੇਗਾ ਅਤੇ ਉਸਦੀ ਇੱਜ਼ਤ ਦੀ ਰੱਖਿਆ ਕਰੇਗਾ। ਬਸੰਤ ਕੌਰ ਨੇ ਉਸਨੂੰ ਕਿਹਾ ਕਿ ਸੱਚੀ ਤੌਰ ਤੇ ਪਛਤਾਤਾਪ ਕਰਨ ਨਾਲ ਹੀ ਮੁਆਫੀ ਮਿਲ ਸਕਦੀ ਹੈ ਅਤੇ ਜੇ ਉਹ ਸੱਚਮੁੱਚ ਆਪਣੀ ਗਲਤੀ ਨੂੰ ਸਮਝ ਗਿਆ ਹੈ ਤਾਂ ਉਹ ਉਸਨੂੰ ਗੁਰੂ ਘਰ ਵਾਪਸ ਭੇਜੇ। ਨਵਾਬ ਨੇ ਵਾਅਦਾ ਕੀਤਾ ਕਿ ਉਹ ਉਸਦੀ ਇੱਜ਼ਤ ਨਾਲ ਉਸਨੂੰ ਵਾਪਸ ਭੇਜੇਗਾ ਅਤੇ ਉਸਨੇ ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਬਸੰਤ ਕੌਰ ਦੀ ਪੂਰੀ ਸੁਰੱਖਿਆ ਕੀਤੀ ਜਾਵੇ। ਕੁਝ ਸਮੇਂ ਬਾਅਦ ਉਸਨੂੰ ਆਦਰ ਨਾਲ ਰਵਾਨਾ ਕਰਨ ਦੀ ਤਿਆਰੀ ਹੋਣ ਲੱਗੀ, ਪਰ ਰਸਤੇ ਵਿੱਚ ਹਾਲਾਤ ਫਿਰ ਬਦਲਣ ਵਾਲੇ ਸਨ ਕਿਉਂਕਿ ਨਵਾਬ ਦੇ ਦਰਬਾਰ ਵਿੱਚ ਕੁਝ ਅਜਿਹੇ ਲੋਕ ਵੀ ਸਨ ਜੋ ਇਸ ਫੈਸਲੇ ਨਾਲ ਖੁਸ਼ ਨਹੀਂ ਸਨ ਅਤੇ ਉਹਨਾਂ ਨੇ ਇੱਕ ਗੁਪਤ ਸਾਜ਼ਿਸ਼ ਰਚਣੀ ਸ਼ੁਰੂ ਕਰ ਦਿੱਤੀ ਸੀ ਜਿਸ ਦਾ ਪਤਾ ਨਾ ਤਾਂ ਨਵਾਬ ਨੂੰ ਸੀ ਅਤੇ ਨਾ ਹੀ ਬਸੰਤ ਕੌਰ ਨੂੰ। ਅਤੇ ਜਦੋਂ ਬਸੰਤ ਕੌਰ ਗੁਰੂ ਘਰ ਵਾਪਸੀ ਦੀ ਯਾਤਰਾ ਉੱਤੇ ਨਿਕਲੀ ਤਾਂ ਉਸ ਯਾਤਰਾ ਦੌਰਾਨ ਅਚਾਨਕ ਇੱਕ ਅਜਿਹਾ ਮੋੜ ਆਇਆ ਜਿੱਥੇ ਉਸਦੇ ਸਾਹਮਣੇ ਇੱਕ ਨਵਾਂ ਖਤਰਾ ਖੜਾ ਹੋ ਗਿਆ ਅਤੇ ਉਸ ਸਮੇਂ ਉਸਦੇ ਮਨ ਵਿੱਚ ਸਿਰਫ ਇੱਕ ਹੀ ਆਸ ਸੀ ਕਿ ਉਸਦਾ ਸਤਿਗੁਰੂ ਉਸਦੀ ਰੱਖਿਆ ਕਰੇਗਾ ਅਤੇ ਉਹ ਅਰਦਾਸ ਕਰਦੀ ਹੋਈ ਅੱਗੇ ਵਧ ਰਹੀ ਸੀ ਕਿ ਅਚਾਨਕ ਦੂਰੋਂ ਘੋੜਿਆਂ ਦੀਆਂ ਟਾਪਾਂ ਦੀਆਂ ਆਵਾਜ਼ਾਂ ਆਉਣ ਲੱਗੀਆਂ ਅਤੇ ਨਵਾਬ ਖਾਂ ਬੀਬੀ ਬਸੰਤ ਕੌਰ ਦੀ ਇੱਜ਼ਤ ਲੁੱਟਣ ਲੱਗਾ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਵੇਂ ਬਚਾਇਆ ਬੀਬੀ ਬਸੰਤ ਕੌਰ ਨੂੰ। ਜਦੋਂ ਬੀਬੀ ਬਸੰਤ ਕੌਰ ਆਦਰ ਸਨਮਾਨ ਨਾਲ ਪਾਲਕੀ ਵਿੱਚ ਬੈਠ ਕੇ ਗੁਰੂ ਘਰ ਵੱਲ ਵਾਪਸ ਆ ਰਹੀ ਸੀ ਤਾਂ ਉਸਦਾ ਮਨ ਸਿਰਫ ਵਾਹਿਗੁਰੂ ਦੇ ਸਿਮਰਨ ਵਿੱਚ ਲੀਨ ਸੀ। ਉਹ ਹਰ ਸਾਹ ਦੇ ਨਾਲ ਆਪਣੇ ਸਤਿਗੁਰੂ ਦਾ ਧੰਨਵਾਦ ਕਰ ਰਹੀ ਸੀ ਕਿ ਉਸਨੇ ਉਸਦੀ ਲਾਜ ਰੱਖੀ ਅਤੇ ਉਸਨੂੰ ਬੁਰੇ ਹਾਲਾਤਾਂ ਤੋਂ ਬਚਾਇਆ। ਰਸਤਾ ਲੰਮਾ ਸੀ ਅਤੇ ਜੰਗਲਾਂ ਕਾਰਨ ਇਲਾਕੇ ਦਾ ਮਾਹੌਲ ਡਰ ਅਤੇ ਅਨਿਸ਼ਚਿਤਤਾ ਨਾਲ ਭਰਿਆ ਹੋਇਆ ਸੀ। ਚੰਦਰ ਪ੍ਰਭਾ ਉਸਦੇ ਨਾਲ ਘੋੜੇ ਤੇ ਚੱਲ ਰਹੀ ਸੀ ਅਤੇ ਉਹ ਵੀ ਬਸੰਤ ਕੌਰ ਦੀ ਹਿੰਮਤ ਅਤੇ ਧਰਮ ਪ੍ਰਤੀ ਨਿਭਾਈ ਦੇਖ ਕੇ ਉਸਦੀ ਬਹੁਤ ਇੱਜ਼ਤ ਕਰਨ ਲੱਗ ਪਈ ਸੀ। ਰਸਤੇ ਵਿੱਚ ਉਹ ਕਈ ਵਾਰ ਬਸੰਤ ਕੌਰ ਨਾਲ ਗੱਲਾਂ ਕਰਦੀ ਅਤੇ ਪੁੱਛਦੀ ਕਿ ਉਸਨੇ ਇੰਨੀ ਵੱਡੀ ਕਸੌਟੀ ਵਿੱਚ ਵੀ ਆਪਣਾ ਵਿਸ਼ਵਾਸ ਕਿਵੇਂ ਕਾਇਮ ਰੱਖਿਆ। ਬਸੰਤ ਕੌਰ ਮੁਸਕਰਾ ਕੇ ਕਹਿੰਦੀ ਕਿ ਜਦੋਂ ਮਨ ਸੱਚੇ ਗੁਰੂ ਦੇ ਚਰਨਾਂ ਨਾਲ ਜੁੜ ਜਾਵੇ ਤਾਂ ਕੋਈ ਵੀ ਡਰ ਮਨ ਵਿੱਚ ਨਹੀਂ ਰਹਿੰਦਾ ਅਤੇ ਜ਼ਿੰਦਗੀ ਦੇ ਹਰ ਇਮਤਿਹਾਨ ਨੂੰ ਵਾਹਿਗੁਰੂ ਦੀ ਰਜ਼ਾ ਸਮਝ ਕੇ ਸਵੀਕਾਰ ਕਰਨਾ ਹੀ ਸੱਚੀ ਭਗਤੀ ਹੈ। ਉਹਨਾਂ ਦੀ ਯਾਤਰਾ ਸ਼ਾਂਤੀ ਨਾਲ ਚੱਲ ਰਹੀ ਸੀ, ਪਰ ਕਿਸੇ ਨੂੰ ਪਤਾ ਨਹੀਂ ਸੀ ਕਿ ਪਿੱਛੇ ਕੁਝ ਦੁਸ਼ਟ ਮਨ ਵਾਲੇ ਲੋਕ ਗੁਪਤ ਤੌਰ ਤੇ ਉਹਨਾਂ ਦਾ ਪਿੱਛਾ ਕਰ ਰਹੇ ਸਨ। ਨਵਾਬ ਦੇ ਦਰਬਾਰ ਵਿੱਚ ਕੁਝ ਐਸੇ ਸਿਪਾਹੀ ਸਨ ਜਿਨ੍ਹਾਂ ਨੂੰ ਬਸੰਤ ਕੌਰ ਦੀ ਰਿਹਾਈ ਬਿਲਕੁਲ ਪਸੰਦ ਨਹੀਂ ਸੀ ਅਤੇ ਉਹ ਸੋਚਦੇ ਸਨ ਕਿ ਜੇ ਉਹਨੂੰ ਫਿਰ ਕੈਦ ਕਰ ਲਿਆ ਜਾਵੇ ਤਾਂ ਉਹ ਨਵਾਬ ਉੱਤੇ ਦਬਾ ਪਾ ਕੇ ਆਪਣਾ ਲਾਭ ਲੈ ਸਕਦੇ ਹਨ। ਉਹਨਾਂ ਨੇ ਰਸਤੇ ਵਿੱਚ ਇੱਕ ਸੁਨਸਾਨ ਜੰਗਲ ਦੇ ਨੇੜੇ ਘਾਤ ਲਾ ਲਈ। ਜਿਵੇਂ ਹੀ ਬਸੰਤ ਕੌਰ ਦੀ ਪਾਲਕੀ ਉਸ ਜਗ੍ਹਾ ਪਹੁੰਚੀ ਤਾਂ ਅਚਾਨਕ ਤੀਰਾਂ ਦੀਆਂ ਆਵਾਜ਼ਾਂ ਗੂੰਜਣ ਲੱਗੀਆਂ ਅਤੇ ਘੋੜਿਆਂ ਦੇ ਦੌੜਨ ਦੀ ਧੂੜ ਚਾਰੋਂ ਪਾਸੇ ਫੈਲ ਗਈ। ਸਿਪਾਹੀ ਇੱਕਦਮ ਚੌਕਸ ਹੋ ਗਏ ਅਤੇ ਬਸੰਤ ਕੌਰ ਦੀ ਰੱਖਿਆ ਲਈ ਤਲਵਾਰਾਂ ਖਿੱਚ ਲਈਆਂ। ਚੰਦਰ ਪ੍ਰਭਾ ਨੇ ਡਰ ਦੇ ਮਾਰੇ ਪਾਲਕੀ ਵੱਲ ਵੇਖਿਆ, ਪਰ ਬਸੰਤ ਕੌਰ ਅੰਦਰ ਬੈਠੀ ਸਿਰਫ ਵਾਹਿਗੁਰੂ ਦਾ ਨਾਮ ਜਪ ਰਹੀ ਸੀ। ਹਮਲਾਵਰਾਂ ਦੀ ਗਿਣਤੀ ਜ਼ਿਆਦਾ ਸੀ ਅਤੇ ਉਹ ਬੜੀ ਤੇਜ਼ੀ ਨਾਲ ਹਮਲਾ ਕਰ ਰਹੇ ਸਨ। ਕੁਝ ਸਿਪਾਹੀ ਜ਼ਖਮੀ ਹੋ ਗਏ ਅਤੇ ਹਾਲਾਤ ਕਾਫੀ ਖਤਰਨਾਕ ਬਣ ਗਏ। ਉਸ ਵੇਲੇ ਬਸੰਤ ਕੌਰ ਨੇ ਪਾਲਕੀ ਤੋਂ ਬਾਹਰ ਆ ਕੇ ਅਸਮਾਨ ਵੱਲ ਵੇਖਿਆ ਅਤੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਆਪਣੀ ਸੰਗਤ ਦੀ ਰੱਖਿਆ ਕਰਨ। ਉਸਦੇ ਚਿਹਰੇ ਉੱਤੇ ਡਰ ਦਾ ਨਾਮੋ ਨਿਸ਼ਾਨ ਨਹੀਂ ਸੀ, ਬਲਕਿ ਅਟਲ ਵਿਸ਼ਵਾਸ ਦੀ ਚਮਕ ਸੀ। ਜੰਗਲ ਦੀ ਹਵਾ ਤੇਜ਼ ਹੋ ਗਈ ਅਤੇ ਅਚਾਨਕ ਦੂਰੋਂ ਘੋੜਿਆਂ ਦੀਆਂ ਟਾਪਾਂ ਦੀਆਂ ਗੂੰਜਾਂ ਸੁਣਾਈ ਦੇਣ ਲੱਗੀਆਂ। ਹਮਲਾਵਰ ਇੱਕ ਪਲ ਲਈ ਘਬਰਾ ਗਏ ਕਿਉਂਕਿ ਉਹਨਾਂ ਨੂੰ ਲੱਗਿਆ ਜਿਵੇਂ ਕੋਈ ਵੱਡੀ ਫੌਜ ਆ ਰਹੀ ਹੋਵੇ। ਕੁਝ ਹੀ ਪਲਾਂ ਵਿੱਚ ਖਾਲਸਾ ਦੇ ਸੂਰਮੇ ਉੱਥੇ ਪਹੁੰਚ ਗਏ ਜਿਨ੍ਹਾਂ ਦੇ ਚਿਹਰਿਆਂ ਉੱਤੇ ਜਜ਼ਬਾ ਅਤੇ ਹੌਸਲਾ ਸਾਫ਼ ਦਿਖਾਈ ਦੇ ਰਿਹਾ ਸੀ। ਉਹਨਾਂ ਨੇ ਆਉਂਦੇ ਹੀ ਦੁਸ਼ਮਣਾਂ ਉੱਤੇ ਜ਼ੋਰਦਾਰ ਹਮਲਾ ਕਰ ਦਿੱਤਾ ਅਤੇ ਜੰਗਲ ਦਾ ਮਾਹੌਲ ਜੰਗ ਦੇ ਨਾਰਿਆਂ ਨਾਲ ਗੂੰਜਣ ਲੱਗ ਪਿਆ। ਬਸੰਤ ਕੌਰ ਨੇ ਉਹ ਦ੍ਰਿਸ਼ ਵੇਖ ਕੇ ਅੱਖਾਂ ਵਿੱਚ ਅੰਸੂ ਭਰ ਲਏ ਅਤੇ ਉਹ ਮਨ ਹੀ ਮਨ ਆਪਣੇ ਗੁਰੂ ਦਾ ਸ਼ੁਕਰ ਕਰਨ ਲੱਗੀ। ਦੁਸ਼ਮਣ ਸਿਪਾਹੀ ਕੁਝ ਸਮੇਂ ਤੱਕ ਟਿਕਣ ਦੀ ਕੋਸ਼ਿਸ਼ ਕਰਦੇ ਰਹੇ, ਪਰ ਖਾਲਸਾ ਦੀ ਬਹਾਦਰੀ ਦੇ ਸਾਹਮਣੇ ਉਹਨਾਂ ਦੀ ਇੱਕ ਨਾ ਚੱਲੀ ਅਤੇ ਉਹ ਭੱਜਣ ਲੱਗ ਪਏ। ਜੰਗ ਖਤਮ ਹੋਣ ਤੋਂ ਬਾਅਦ ਖਾਲਸਾ ਦੇ ਸੂਰਮੇ ਬਸੰਤ ਕੌਰ ਦੇ ਕੋਲ ਆਏ ਅਤੇ ਬੜੇ ਆਦਰ ਨਾਲ ਉਸਨੂੰ ਦੱਸਿਆ ਕਿ ਉਹਨਾਂ ਨੂੰ ਗੁਰੂ ਸਾਹਿਬ ਦੇ ਹੁਕਮ ਨਾਲ ਉਸਦੀ ਰੱਖਿਆ ਲਈ ਭੇਜਿਆ ਗਿਆ ਸੀ। ਇਹ ਸੁਣ ਕੇ ਬਸੰਤ ਕੌਰ ਦਾ ਮਨ ਭਾਵੁਕ ਹੋ ਗਿਆ ਅਤੇ ਉਹ ਧੰਨ ਧੰਨ ਕਰਦੀ ਰਹੀ।
यात्रा मुड़ शुरू हुई ਅਤੇ ਹੁਣ ਉਸ ਦੇ ਨਾਲ ਖਾਲਸਾ ਦੀ ਟੁਕੜੀ ਸੀ ਜੋ ਹਰ ਪਾਸੇ ਸੁਰੱਖਿਆ ਕਰ ਰਹੀ ਸੀ। ਰਸਤੇ ਵਿੱਚ ਉਹ ਕਈ ਪਿੰਡਾਂ ਤੋਂ ਗੁਜ਼ਰੀ ਜਿੱਥੇ ਲੋਕਾਂ ਨੇ ਬਸੰਤ ਕੌਰ ਦੀ ਕਹਾਣੀ ਸੁਣ ਕੇ ਉਸ ਦਾ ਬੜਾ ਸਤਿਕਾਰ ਕੀਤਾ। ਕਈ ਔਰਤਾਂ ਉਸ ਨੂੰ ਮਿਲ ਕੇ ਉਸ ਦੀ ਹਿੰਮਤ ਦੀ ਪ੍ਰਸ਼ੰਸਾ ਕਰਦੀਆਂ ਅਤੇ ਉਸ ਤੋਂ ਪ੍ਰੇਰਨਾ ਲੈਂਦੀਆਂ। ਬਸੰਤ ਕੌਰ ਹਰ ਕਿਸੇ ਨੂੰ ਇੱਕੋ ਗੱਲ ਕਹਿੰਦੀ ਕਿ ਇਨਸਾਨ ਦੀ ਅਸਲੀ ਤਾਕਤ ਉਸ ਦਾ ਧਰਮ ਅਤੇ ਵਿਸ਼ਵਾਸ ਹੁੰਦਾ ਹੈ। ਕੁਝ ਦਿਨਾਂ ਦੀ ਯਾਤਰਾ ਤੋਂ ਬਾਅਦ ਜਦੋਂ ਉਹ ਗੁਰੂ ਘਰ ਦੇ ਨੇੜੇ ਪਹੁੰਚੇ ਤਾਂ ਉਸ ਦਾ ਮਨ ਖੁਸ਼ੀ ਨਾਲ ਭਰ ਗਿਆ। ਉਹ ਸੋਚ ਰਹੀ ਸੀ ਕਿ ਕਿਵੇਂ ਉਹ ਮੁੜ ਮਾਤਾ ਸਾਹਿਬ ਕੌਰ ਦੇ ਚਰਨਾਂ ਵਿੱਚ ਸੇਵਾ ਕਰੇਗੀ ਅਤੇ ਗੁਰੂ ਸਾਹਿਬ ਦੇ ਦਰਸ਼ਨ ਕਰੇਗੀ। ਜਦੋਂ ਉਹ ਗੁਰੂ ਘਰ ਪਹੁੰਚੀ ਤਾਂ ਸੰਗਤ ਨੇ ਉਸ ਦਾ ਸਵਾਗਤ ਕੀਤਾ ਅਤੇ ਮਾਤਾ ਜੀ ਨੇ ਉਸ ਨੂੰ ਗਲੇ ਲਾ ਲਿਆ। ਬਸੰਤ ਕੌਰ ਅੰਸੂਆਂ ਨਾਲ ਭਰ ਗਈ ਅਤੇ ਉਹਨਾਂ ਦੇ ਚਰਨਾਂ ਵਿੱਚ ਝੁਕ ਗਈ। ਉਸਨੇ ਆਪਣੀ ਸਾਰੀ ਹੱਡਬੀਤੀ ਸੁਣਾਈ ਜਿਸ ਨੂੰ ਸੁਣ ਕੇ ਸੰਗਤ ਹੈਰਾਨ ਰਹਿ ਗਈ ਅਤੇ ਵਾਹਿਗੁਰੂ ਦੀ ਮਹਿਮਾ ਕਰਨ ਲੱਗੀ। ਗੁਰੂ ਸਾਹਿਬ ਨੇ ਉਸ ਨੂੰ ਆਸ਼ੀਰਵਾਦ ਦਿੱਤਾ ਅਤੇ ਕਿਹਾ ਕਿ ਧਰਮ ਉੱਤੇ ਡਟੇ ਰਹਿਣ ਵਾਲੇ ਨੂੰ ਵਾਹਿਗੁਰੂ ਕਦੇ ਵੀ ਇਕੱਲਾ ਨਹੀਂ ਛੱਡਦਾ। ਬਸੰਤ ਕੌਰ ਨੇ ਮੁੜ ਸੇਵਾ ਸ਼ੁਰੂ ਕਰ ਦਿੱਤੀ ਅਤੇ ਪਹਿਲਾਂ ਨਾਲੋਂ ਵੀ ਵੱਧ ਨਿਮਰਤਾ ਅਤੇ ਸਮਰਪਣ ਨਾਲ ਗੁਰੂ ਘਰ ਦੀ ਸੇਵਾ ਕਰਨ ਲੱਗ ਪਈ। ਸਮਾਂ ਬੀਤਦਾ ਗਿਆ ਪਰ ਉਸ ਦੀ ਕਹਾਣੀ ਦੂਰ ਦੂਰ ਤੱਕ ਫੈਲ ਗਈ ਅਤੇ ਲੋਕ ਉਸ ਨੂੰ ਧਰਮ ਦੀ ਮਿਸਾਲ ਵਜੋਂ ਯਾਦ ਕਰਨ ਲੱਗ ਪਏ। ਇੱਕ ਦਿਨ ਜਦੋਂ ਬਸੰਤ ਕੌਰ ਲੰਗਰ ਦੀ ਸੇਵਾ ਕਰ ਰਹੀ ਸੀ ਤਾਂ ਗੁਰੂ ਘਰ ਵਿੱਚ ਇੱਕ ਅਜਿਹਾ ਸੁਨੇਹਾ ਆਇਆ ਜਿਸ ਨੇ ਸੰਗਤ ਨੂੰ ਚਿੰਤਾ ਵਿੱਚ ਪਾ ਦਿੱਤਾ, ਕਿਉਂਕਿ ਖਬਰ ਮਿਲੀ ਕਿ ਦੁਸ਼ਮਣ ਫੌਜਾਂ ਮੁੜ ਇਕੱਠੀਆਂ ਹੋ ਰਹੀਆਂ ਹਨ ਅਤੇ ਉਹ ਗੁਰੂ ਘਰ ਉੱਤੇ ਵੱਡਾ ਹਮਲਾ ਕਰਨ ਦੀ ਤਿਆਰੀ ਵਿੱਚ ਹਨ। ਇਹ ਸੁਣ ਕੇ ਸੰਗਤ ਵਿੱਚ ਹਲਚਲ ਮਚ ਗਈ ਪਰ ਬਸੰਤ ਕੌਰ ਦੇ ਚਿਹਰੇ ਉੱਤੇ ਫਿਰ ਵੀ ਸ਼ਾਂਤੀ ਸੀ। ਉਸਨੇ ਸੰਗਤ ਨੂੰ ਹੌਸਲਾ ਦਿੱਤਾ ਅਤੇ ਕਿਹਾ ਕਿ ਜੇ ਮਨ ਵਿੱਚ ਵਿਸ਼ਵਾਸ ਹੋਵੇ ਤਾਂ ਕੋਈ ਵੀ ਤਾਕਤ ਗੁਰੂ ਘਰ ਦਾ ਕੁਝ ਨਹੀਂ ਵਿਗਾੜ ਸਕਦੀ। ਉਸ ਰਾਤ ਬਸੰਤ ਕੌਰ ਨੇ ਲੰਮਾ ਸਿਮਰਨ ਕੀਤਾ ਅਤੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਜੇ ਲੋੜ ਪਈ ਤਾਂ ਉਹ ਆਪਣੀ ਜਾਨ ਵੀ ਧਰਮ ਲਈ ਕੁਰਬਾਨ ਕਰ ਦੇਵੇਗੀ। ਦੂਜੇ ਪਾਸੇ ਦੁਸ਼ਮਣ ਫੌਜਾਂ ਚੁੱਪਚਾਪ ਆਪਣੀ ਯੋਜਨਾ ਬਣਾਉਂਦੀਆਂ ਰਹੀਆਂ ਅਤੇ ਉਹਨਾਂ ਨੇ ਸੋਚਿਆ ਕਿ ਇਸ ਵਾਰ ਉਹ ਅਚਾਨਕ ਹਮਲਾ ਕਰਕੇ ਗੁਰੂ ਘਰ ਨੂੰ ਘੇਰ ਲੈਣਗੇ। ਕੁਝ ਦਿਨਾਂ ਬਾਅਦ ਅਚਾਨਕ ਰਾਤ ਦੇ ਸਮੇਂ ਕਿਲੇ ਦੇ ਨੇੜੇ ਘੋੜਿਆਂ ਦੀਆਂ ਟਾਪਾਂ ਅਤੇ ਹਥਿਆਰਾਂ ਦੀਆਂ ਆਵਾਜ਼ਾਂ ਸੁਣਾਈ ਦੇਣ ਲੱਗੀਆਂ ਅਤੇ ਸਿਪਾਹੀਆਂ ਨੇ ਸੁਚੇਤਨਾ ਦੇ ਨਗਾਰੇ ਵਜਾਉਣ ਸ਼ੁਰੂ ਕਰ ਦਿੱਤੇ। ਸੰਗਤ ਜਾਗ ਪਈ ਅਤੇ ਹਰ ਕੋਈ ਅਰਦਾਸ ਕਰਨ ਲੱਗ ਪਿਆ। ਬਸੰਤ ਕੌਰ ਵੀ ਮਾਤਾ ਜੀ ਦੇ ਕੋਲ ਖੜੀ ਹੋ ਗਈ ਅਤੇ ਉਸਦੇ ਮਨ ਵਿੱਚ ਫਿਰ ਉਹੀ ਅਟਲ ਵਿਸ਼ਵਾਸ ਸੀ ਕਿ ਸੱਚੇ ਪਾਤਸ਼ਾਹ ਆਪਣੀ ਸੰਗਤ ਦੀ ਰੱਖਿਆ ਕਰਨਗੇ, ਪਰ ਉਸਨੂੰ ਅਜੇ ਇਹ ਨਹੀਂ ਪਤਾ ਸੀ ਕਿ ਆਉਣ ਵਾਲਾ ਸਮਾਂ ਉਸਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਕਸੌਟੀ ਬਣਨ ਵਾਲਾ ਹੈ, ਕਿਉਂਕਿ ਉਸ ਹਮਲੇ ਵਿੱਚ ਇੱਕ ਐਸਾ ਮੋੜ ਆਉਣਾ ਸੀ ਜਿੱਥੇ ਉਸਨੂੰ ਫਿਰ ਇੱਕ ਵੱਡਾ ਫੈਸਲਾ ਲੈਣਾ ਪੈਣਾ ਸੀ ਅਤੇ ਉਸ ਵੇਲੇ ਉਸਦੇ ਸਾਹਮਣੇ ਧਰਮ ਅਤੇ ਜ਼ਿੰਦਗੀ ਵਿੱਚੋਂ ਇੱਕ ਚੁਣਨ ਦੀ ਘੜੀ ਆਉਣ ਵਾਲੀ ਸੀ। ਅਤੇ ਜਦੋਂ ਕਿਲੇ ਦੇ ਦਰਵਾਜ਼ਿਆਂ ਉੱਤੇ ਦੁਸ਼ਮਣਾਂ ਨੇ ਜ਼ੋਰਦਾਰ ਹਮਲਾ ਕਰਨਾ ਸ਼ੁਰੂ ਕੀਤਾ ਤਾਂ ਬਸੰਤ ਕੌਰ ਨੇ ਅਸਮਾਨ ਵੱਲ ਵੇਖ ਕੇ ਅਰਦਾਸ ਕੀਤੀ ਅਤੇ ਉਸੇ ਸਮੇਂ ਗੁਰੂ ਜੰਗ ਦੇ ਨਾਅਰੇ ਗੂੰਜਣ ਲੱਗੇ ਅਤੇ ਨਵਾਬ ਖਾਂ ਬੀਬੀ ਬਸੰਤ ਕੌਰ ਦੀ ਇੱਜ਼ਤ ਲੁੱਟਣ ਲੱਗਾ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਵੇਂ ਬਚਾਇਆ ਬੀਬੀ ਬਸੰਤ ਕੌਰ ਨੂੰ। ਜਦੋਂ ਕਿਲੇ ਦੇ ਦਰਵਾਜ਼ਿਆਂ ਉੱਤੇ ਦੁਸ਼ਮਣਾਂ ਨੇ ਜ਼ੋਰਦਾਰ ਹਮਲਾ ਕਰਨਾ ਸ਼ੁਰੂ ਕੀਤਾ ਤਾਂ ਚਾਰੋਂ ਪਾਸੇ ਜੰਗ ਦੇ ਨਗਾਰੇ ਗੂੰਜਣ ਲੱਗ ਪਏ। ਅਸਮਾਨ ਵਿੱਚ ਧੂਆਂ ਅਤੇ ਧੂੜ ਛਾ ਗਈ, ਤਲਵਾਰਾਂ ਦੀ ਟੱਕਰ ਦੀ ਆਵਾਜ਼ ਦਿਲ ਨੂੰ ਕੰਬਾਉਣ ਲੱਗੀ ਅਤੇ ਸੰਗਤ ਵਿੱਚ ਬੇਚੈਨੀ ਦਾ ਮਾਹੌਲ ਬਣ ਗਿਆ। ਪਰ ਬੀਬੀ ਬਸੰਤ ਕੌਰ ਦੇ ਚਿਹਰੇ ਉੱਤੇ ਅਜੇ ਵੀ ਅਟਲ ਸ਼ਾਂਤੀ ਸੀ। ਉਹ ਮਾਤਾ ਸਾਹਿਬ ਕੌਰ ਦੇ ਕੋਲ ਖੜੀ ਵਾਹਿਗੁਰੂ ਦਾ ਨਾਮ ਜਪ ਰਹੀ ਸੀ। ਉਸਦੇ ਮਨ ਵਿੱਚ ਡਰ ਦੀ ਥਾਂ ਸਿਰਫ ਇਹ ਭਰੋਸਾ ਸੀ ਕਿ ਜਿਸ ਸਤਿਗੁਰੂ ਨੇ ਉਸ ਨੂੰ ਕਾਲ ਕੋਠੜੀ ਤੋਂ ਬਚਾਇਆ ਸੀ ਉਹ ਹੁਣ ਵੀ ਆਪਣੀ ਸੰਗਤ ਦੀ ਰੱਖਿਆ ਜ਼ਰੂਰ ਕਰੇਗਾ। ਕਿਲੇ ਦੇ ਸਿਪਾਹੀ ਜੰਗ ਲਈ ਤਿਆਰ ਹੋ ਗਏ ਅਤੇ ਖਾਲਸਾ ਦੇ ਸੂਰਮੇ ਨਿਡਰ ਹੋ ਕੇ ਦੁਸ਼ਮਣਾਂ ਦਾ ਸਾਹਮਣਾ ਕਰਨ ਲਈ ਮੋਰਚਿਆਂ ਉੱਤੇ ਖੜੇ ਹੋ ਗਏ। ਗੁਰੂ ਗੋਬਿੰਦ ਸਿੰਘ ਜੀ ਦੀ ਹਜ਼ੂਰੀ ਵਿੱਚ ਅਰਦਾਸ ਹੋਈ ਅਤੇ ਸਾਰੇ ਸੂਰਮੇ ਜੰਗ ਦੇ ਮੈਦਾਨ ਵੱਲ ਵਧੇ। ਬੀਬੀ ਬਸੰਤ ਕੌਰ ਨੇ ਮਾਤਾ ਜੀ ਦੀ ਸੇਵਾ ਕਰਦੇ ਹੋਏ ਜ਼ਖਮੀ ਸਿਪਾਹੀਆਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ਉਹ ਪਾਣੀ ਪਿਲਾਉਂਦੀ, ਪੱਟੀਆਂ ਬੰਨ੍ਹਦੀ ਅਤੇ ਹਰ ਕਿਸੇ ਨੂੰ ਹੌਸਲਾ ਦਿੰਦੀ ਰਹੀ। ਉਸਦੀ ਹਿੰਮਤ ਵੇਖ ਕੇ ਕਈ ਸੂਰਮਿਆਂ ਦਾ ਮਨ ਹੋਰ ਮਜ਼ਬੂਤ ਹੋ ਗਿਆ। ਜੰਗ ਕਈ ਘੰਟਿਆਂ ਤੱਕ ਚੱਲਦੀ ਰਹੀ ਅਤੇ ਦੁਸ਼ਮਣਾਂ ਨੇ ਕਿਲੇ ਨੂੰ ਘੇਰ ਲਿਆ, ਪਰ ਖਾਲਸਾ ਦੀ ਬਹਾਦਰੀ ਦੇ ਸਾਹਮਣੇ ਉਹਨਾਂ ਦੀ ਚਾਲ ਨਾਕਾਮ ਰਹੀ। ਇੱਕ ਸਮਾਂ ਐਸਾ ਵੀ ਆਇਆ ਜਦੋਂ ਦੁਸ਼ਮਣਾਂ ਨੇ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਅਤੇ ਜੰਗ ਦਾ ਪਾਸਾ ਖਾਲਸਾ ਵੱਲ ਮੁੜ ਗਿਆ। ਜਦੋਂ ਸਵੇਰ ਹੋਈ ਤਾਂ ਕਿਲੇ ਦੇ ਬਾਹਰ ਸ਼ਾਂਤੀ ਫੈਲ ਗਈ ਅਤੇ ਸੂਰਮੀ ਜਿੱਤ ਦੀ ਖੁਸ਼ੀ ਵਿੱਚ ਵਾਹਿਗੁਰੂ ਦਾ ਸ਼ੁਕਰ ਕਰਨ ਲੱਗ ਪਏ। ਬੀਬੀ ਬਸੰਤ ਕੌਰ ਨੇ ਵੀ ਸੰਗਤ ਦੇ ਨਾਲ ਅਰਦਾਸ ਕੀਤੀ ਅਤੇ ਆਪਣੇ ਮਨ ਵਿੱਚ ਸੋਚਿਆ ਕਿ ਇਹ ਸਭ ਸਤਿਗੁਰੂ ਦੀ ਕਿਰਪਾ ਹੈ।
ਜਾਂਗਰੇ ਬਾਅਦ ਕਿਲੇ ਵਿੱਚ ਜ਼ਖਮੀ ਸੂਰਮਿਆਂ ਦੀ ਸੇਵਾ ਜਾਰੀ ਰਹੀ ਅਤੇ ਬਸੰਤ ਕੌਰ ਦਿਨ ਰਾਤ ਲੰਗਰ ਅਤੇ ਸੇਵਾ ਵਿੱਚ ਲੱਗੀ ਰਹੀ। ਉਸਦੀ ਨਿਮਰਤਾ ਅਤੇ ਸੇਵਾ ਭਾਵਨਾ ਕਰਕੇ ਹਰ ਕੋਈ ਉਸਦੀ ਇੱਜ਼ਤ ਕਰਦਾ ਸੀ। ਕੁਝ ਸਮੇਂ ਬਾਅਦ ਇਲਾਕੇ ਵਿੱਚ ਮੁੜ ਸ਼ਾਂਤੀ ਹੋ ਗਈ ਅਤੇ ਸੰਗਤ ਦਾ ਜੀਵਨ ਆਮ ਹੋਣ ਲੱਗ ਪਿਆ। ਬੀਬੀ ਬਸੰਤ ਕੌਰ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਕਰਦੀ ਅਤੇ ਫਿਰ ਸੇਵਾ ਵਿੱਚ ਜੁਟ ਜਾਂਦੀ। ਉਸਦਾ ਜੀਵਨ ਸਿਰਫ ਸੇਵਾ, ਸਿਮਰਨ ਅਤੇ ਨਿਮਰਤਾ ਦਾ ਪ੍ਰਤੀਕ ਬਣ ਗਿਆ ਸੀ। ਲੋਕ ਦੂਰ ਦੂਰ ਤੋਂ ਉਸ ਨੂੰ ਮਿਲਣ ਆਉਂਦੇ ਅਤੇ ਉਸਦੀ ਕਹਾਣੀ ਸੁਣ ਕੇ ਪ੍ਰੇਰਿਤ ਹੁੰਦੇ। ਬੀਬੀ ਬਸੰਤ ਕੌਰ ਹਰ ਕਿਸੇ ਨੂੰ ਇਹੀ ਸਿੱਖਿਆ ਦਿੰਦੀ ਕਿ ਜ਼ਿੰਦਗੀ ਵਿੱਚ ਚਾਹੇ ਕਿੰਨੇ ਵੀ ਇਮਤਿਹਾਨ ਆ ਜਾਣ, ਪਰ ਜੇ ਮਨ ਸਤਿਗੁਰੂ ਨਾਲ ਜੁੜਿਆ ਰਹੇ ਤਾਂ ਹਰ ਮੁਸ਼ਕਲ ਆਸਾਨ ਹੋ ਜਾਂਦੀ ਹੈ। ਉਸਨੇ ਆਪਣੀ ਜ਼ਿੰਦਗੀ ਦਾ ਹਰ ਪਲ ਗੁਰੂ ਘਰ ਦੀ ਸੇਵਾ ਨੂੰ ਸਮਰਪਿਤ ਕਰ ਦਿੱਤਾ। ਇੱਕ ਦਿਨ ਸੰਗਤ ਵਿੱਚ ਇੱਕ ਗਰੀਬ ਪਰਿਵਾਰ ਆਇਆ ਜੋ ਬਹੁਤ ਮੁਸ਼ਕਲ ਹਾਲਾਤਾਂ ਵਿੱਚ ਸੀ। ਬਸੰਤ ਕੌਰ ਨੇ ਉਹਨਾਂ ਦੀ ਮਦਦ ਕੀਤੀ ਅਤੇ ਉਹਨਾਂ ਨੂੰ ਹੌਸਲਾ ਦਿੱਤਾ ਕਿ ਵਾਹਿਗੁਰੂ ਹਰ ਕਿਸੇ ਦਾ ਸਹਾਰਾ ਬਣਦਾ ਹੈ। ਉਸਦੀ ਦਇਆ ਅਤੇ ਸੇਵਾ ਦੇ ਕਾਰਨ ਸੰਗਤ ਵਿੱਚ ਪਿਆਰ ਅਤੇ ਏਕਤਾ ਵਧਣ ਲੱਗੀ। ਸਮਾਂ ਬੀਤਦਾ ਗਿਆ ਅਤੇ ਬਸੰਤ ਕੌਰ ਦੀ ਕਹਾਣੀ ਹਰ ਪਾਸੇ ਫੈਲ ਗਈ। ਲੋਕ ਉਸ ਨੂੰ ਧਰਮ ਅਤੇ ਇੱਜ਼ਤ ਦੀ ਰੱਖਿਆ ਕਰਨ ਵਾਲੀ ਮਿਸਾਲ ਵਜੋਂ ਯਾਦ ਕਰਨ ਲੱਗ ਪਏ। ਉਸਦੀ ਹਿੰਮਤ ਅਤੇ ਵਿਸ਼ਵਾਸ ਨੇ ਅਨੇਕਾਂ ਲੋਕਾਂ ਨੂੰ ਪ੍ਰੇਰਨਾ ਦਿੱਤੀ। ਕਈ ਸਾਲ ਬਾਅਦ ਵੀ ਬਸੰਤ ਕੌਰ ਦੀ ਸੇਵਾ ਜਾਰੀ ਰਹੀ। ਉਹ ਬੁੱਢੀ ਉਮਰ ਵਿੱਚ ਵੀ ਲੰਗਰ ਵਿੱਚ ਬਰਤਨ ਮਾਂਜਦੀ ਅਤੇ ਸੰਗਤ ਦੀ ਸੇਵਾ ਕਰਦੀ ਰਹੀ। ਉਸਦੇ ਚਿਹਰੇ ਉੱਤੇ ਹਮੇਸ਼ਾ ਸੰਤੋਖ ਅਤੇ ਸ਼ਾਂਤੀ ਦਿਖਾਈ ਦਿੰਦੀ ਸੀ। ਇੱਕ ਦਿਨ ਉਸਨੇ ਮਾਤਾ ਸਾਹਿਬ ਕੌਰ ਦੇ ਚਰਨਾਂ ਵਿੱਚ ਬੈਠ ਕੇ ਕਿਹਾ ਕਿ ਉਸਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਇਹ ਹੈ ਕਿ ਉਸਨੂੰ ਗੁਰੂ ਘਰ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਮਾਤਾ ਜੀ ਨੇ ਉਸ ਨੂੰ ਅਸੀਸ ਦਿੱਤੀ ਅਤੇ ਕਿਹਾ ਕਿ ਜੋ ਵਿਅਕਤੀ ਸੱਚੇ ਮਨ ਨਾਲ ਸੇਵਾ ਕਰਦਾ ਹੈ ਉਹ ਹਮੇਸ਼ਾ ਵਾਹਿਗੁਰੂ ਦੀ ਕਿਰਪਾ ਦਾ ਹੱਕਦਾਰ ਬਣਦਾ ਹੈ। ਸਮੇਂ ਦੇ ਨਾਲ ਬਸੰਤ ਕੌਰ ਦੀ ਸਿਹਤ ਕਮਜ਼ੋਰ ਹੋਣ ਲੱਗੀ, ਪਰ ਉਸਦਾ ਮਨ ਸੇਵਾ ਅਤੇ ਸਿਮਰਨ ਵਿੱਚ ਹੀ ਰਿਹਾ। ਇੱਕ ਸਵੇਰ ਅੰਮ੍ਰਿਤ ਵੇਲੇ ਉਹ ਸਿਮਰਨ ਕਰਦੀ ਕਰਦੀ ਵਾਹਿਗੁਰੂ ਦੇ ਚਰਨਾਂ ਵਿੱਚ ਲੀਨ ਹੋ ਗਈ। ਸੰਗਤ ਨੂੰ ਜਦੋਂ ਇਹ ਖਬਰ ਮਿਲੀ ਤਾਂ ਹਰ ਕੋਈ ਭਾਵੁਕ ਹੋ ਗਿਆ ਅਤੇ ਉਸਦੀ ਸੇਵਾ ਅਤੇ ਤਿਆਗ ਨੂੰ ਯਾਦ ਕਰਕੇ ਅਰਦਾਸ ਕਰਨ ਲੱਗ ਪਿਆ। ਬੀਬੀ ਬਸੰਤ ਕੌਰ ਦਾ ਜੀਵਨ ਸਦਾ ਲਈ ਸੰਗਤ ਲਈ ਪ੍ਰੇਰਨਾ ਬਣ ਗਿਆ। ਉਸਦੀ ਕਹਾਣੀ ਇਹ ਸਿਖਾਉਂਦੀ ਹੈ ਕਿ ਇੱਜ਼ਤ, ਧਰਮ ਅਤੇ ਵਿਸ਼ਵਾਸ ਦੀ ਰੱਖਿਆ ਕਰਨ ਵਾਲੇ ਨੂੰ ਵਾਹਿਗੁਰੂ ਕਦੇ ਵੀ ਇਕੱਲਾ ਨਹੀਂ ਛੱਡਦਾ। ਜਿਹੜਾ ਮਨੁੱਖ ਸੱਚੇ ਮਨ ਨਾਲ ਗੁਰੂ ਦੇ ਚਰਨਾਂ ਵਿੱਚ ਜੀਵਨ ਸਮਰਪਿਤ ਕਰਦਾ ਹੈ, ਉਸਦੀ ਲਾਜ ਹਮੇਸ਼ਾ ਸਤਿਗੁਰੂ ਆਪ ਰੱਖਦੇ ਹਨ। ਇਹ ਕਹਾਣੀ ਸਾਨੂੰ ਇਹ ਵੀ ਦੱਸਦੀ ਹੈ ਕਿ ਜ਼ਿੰਦਗੀ ਵਿੱਚ ਮੁਸ਼ਕਲਾਂ ਆਉਣੀਆਂ ਸੁਭਾਵਿਕ ਹਨ, ਪਰ ਜੇ ਮਨ ਵਿੱਚ ਸੱਚੀ ਸ਼ਰਧਾ ਹੋਵੇ ਤਾਂ ਹਰ ਅੰਧੇਰਾ ਦੂਰ ਹੋ ਸਕਦਾ ਹੈ। ਬੀਬੀ ਬਸੰਤ ਕੌਰ ਦੀ ਹਿੰਮਤ ਅਤੇ ਵਿਸ਼ਵਾਸ ਅੱਜ ਵੀ ਸਾਨੂੰ ਇਹ ਸਿੱਖਿਆ ਦਿੰਦੇ ਹਨ ਕਿ ਸੱਚ ਅਤੇ ਧਰਮ ਦਾ ਰਸਤਾ ਭਾਵੇਂ ਔਖਾ ਹੋਵੇ, ਪਰ ਉਸ ਦਾ ਅੰਤ ਹਮੇਸ਼ਾ ਚੰਗਾ ਹੁੰਦਾ ਹੈ। ਧੰਨ ਸਨ ਉਹ ਮਹਾਨ ਆਤਮਾ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਗੁਰੂ ਘਰ ਨੂੰ ਸਮਰਪਿਤ ਕਰ ਦਿੱਤੀ, ਅਤੇ ਧੰਨ ਹੈ ਉਹ ਇਤਿਹਾਸ ਜੋ ਅੱਜ ਵੀ ਸਾਨੂੰ ਸੱਚ ਅਤੇ ਨਿਮਰਤਾ ਦੀ ਸਿੱਖਿਆ ਦਿੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।